ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਆ ਤੁਹਾਡਾ? ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ। ਤੁਸੀਂ ਸੁਣ ਰਹੇ ਹੋ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਅੱਜ ਦੀਆਂ ਖਬਰਾਂ ਦੇ ਵਿੱਚ ਦੇਖੀਏ, ਸਭ ਤੋਂ ਪਹਿਲਾਂ ਸਿਚੁਏਸ਼ਨ ਇਟਲੀ ਦੀ ਕੀ ਆ। ਇਟਲੀ ਦੇ ਵਿੱਚ 10,386 ਨਵਾਂ ਕੇਸ, 336 ਮਰੀਜ਼ਾਂ ਦੀ ਹੋਈ ਮੌਤ, 14,444 ਟੋਟਲ ਜਿਹੜਾ ਇਟਲੀ ਦੇ ਵਿੱਚ ਅੱਜ ਮਰੀਜ਼ ਠੀਕ ਹੋਇਆ। 3,93,686 ਇਟਲੀ ਦੇ ਵਿੱਚ ਅੱਜ ਵੀ ਜਿਹੜੇ ਪੋਜ਼ੀਟਿਵ ਮਰੀਜ਼ ਨੇ, ਜਿਨ੍ਹਾਂ ਦੇ ਵਿੱਚੋਂ 2,074 ਜਿਹੜੇ ਮਰੀਜ਼ ਆ ਥੈਰੇਪੀ ਇੰਟੈਂਸਿਵਾ ਵਿੱਚ, 18,463 ਆ ਜਿਹੜੇ ਹੌਸਪਿਟਲਾਂ ਦੇ ਵਿੱਚ ਸਿੰਮਟਮ ਦੇ ਨਾਲ ਐਡਮਿਟ ਨੇ, ਅਤੇ 3,73,149 ਜਿਹੜੇ ਟੋਟਲ ਮਰੀਜ਼ ਇਟਲੀ ਦੇ ਵਿੱਚ ਘਰਾਂ ਦੇ ਵਿੱਚ ਜਿਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ। ਅਤੇ ਜੇ ਅਸੀਂ ਅੱਜ ਗੱਲ ਕਰੀਏ ਸਟੇਟਾਂ ਦੀ, ਕਿਹੜੀਆਂ 5 ਸਟੇਟਾਂ ਜਿਨ੍ਹਾਂ ਵਿੱਚ ਸਭ ਤੋਂ ਵੱਧ ਕੇਸ ਆਏ ਨੇ। ਲੋਂਬਰਦੀਆਂ, ਕੰਪਾਨੀਆਂ, ਮਿਲੀਆ ਰੋਮਾਨੀਆ, ਲਾਤਸੀਓ ਅਤੇ ਪੀਏਮੋਂਤੇ। ਪੀਏਮੋਂਤੇ ਅੱਜ ਨਵਾਂ ਜੋ ਆਪਣੇ ਟੌਪ 5 ਦੇ ਵਿੱਚ ਐਂਟਰ ਹੋਇਆ। ਲੋਂਬਰਦੀਆਂ ਦੇ ਵਿੱਚ 16,096, ਕੰਪਾਨੀਆਂ ਦੇ ਵਿੱਚ 1135, ਮਿਲੀਆ ਰੋਮਾਨੀਆ ਦੇ ਵਿੱਚ 968, ਲਾਤਸੀਓ ਦੇ ਵਿੱਚ 894, ਪੀਏਮੋਂਤੇ ਦੇ ਵਿੱਚ 771 ਜਿਹੜੇ ਟੋਟਲ ਕੇਸ ਦਰਜ ਹੋਏ ਨੇ। ਅਤੇ ਜੇ ਇੱਕ ਅਸੀਂ ਨਜ਼ਰ ਮਾਰੀਏ ਟੋਟਲ ਜਿਹੜੇ ਕੇਸ ਕਿੰਨੇ ਆਏ ਨੇ ਲੋਂਬਰਦੀਆਂ, ਪੀਏਮੋਂਤੇ, ਮਿਲੀਆ ਰੋਮਾਨੀਆ, ਤੋਸਕਾਨਾ, ਪੂਲੀਆ, ਉਹ ਤੁਹਾਨੂੰ ਪੂਰੀ ਡਿਟੇਲ ਤੁਹਾਡੀ ਸਕਰੀਨ ਦੇ ਉੱਤੇ ਸ਼ੋ ਹੋ ਰਹੀ ਆ। ਸਭ ਤੋਂ ਘੱਟ ਵਾਲੇ ਦੋਸਤਾ ਅਤੇ ਜਿਹੜਾ ਆਪਣਾ ਮੋਲੀਜ਼ੇ, ਇਹਨਾਂ ਦੇ ਵਿੱਚ ਆਇਆ 4 ਤੇ 7 ਕੇਸ। ਬਾਕੀ ਸਾਰਿਆਂ ਦੇ ਵਿੱਚ ਲਿਗੋਰੀਆ ਹੋਇਆ, ਮਾਰਕੇ ਹੋਇਆ, ਸਰਦੇਨੀ ਹੋਇਆ, ਇਹਨਾਂ ਦੇ ਵਿੱਚ ਜਿਹੜੇ ਕੇਸ ਆ ਵੱਧ ਨੇ। ਇੱਕ ਸਵਾਲ ਆ ਜੀ, ਉਸ ਤੋਂ ਸ਼ੁਰੂਆਤ ਕਰਦੇ ਹਾਂ ਆਪਣੀਆਂ ਖਬਰਾਂ ਤੋਂ ਪਹਿਲਾਂ, ਕਿ ਇੱਕ ਜੋ ਵਾਇਰਸ ਅਸਲ ਦੇ ਵਿੱਚ ਫੈਲਦਾ ਕਿੱਦਾਂ। ਤਕਰੀਬਨ ਜਿਹੜੇ ਹੌਸਪਿਟਲਾਂ ਦੇ ਵਿੱਚ ਬੰਦੇ ਮੌਜੂਦ ਨੇ, ਸਭ ਤੋਂ ਵੱਧ ਜਿਹੜੇ ਬੰਦੇ, ਜਿਹੜਾ ਮੈਜੋਰਟੀ ਆ, ਉਹਨਾਂ ਨੂੰ ਇਹੀ ਨਹੀਂ ਪਤਾ ਕਿ ਉਹ ਪੋਜ਼ੀਟਿਵ ਕਿੱਦਾਂ ਹੈ। ਐਗਜ਼ਾਮਪਲ ਦੇ ਲਈ ਜੇ ਅਸੀਂ ਇੱਕ ਪੁਲਿਸ ਵਾਲੇ ਦੀ ਗੱਲ ਕਰੀਏ, ਜੋ ਕਿ ਬੈਰਗਮ ਦਾ ਇੱਕ ਬੰਦਾ ਪੁਲਿਸ ਆਫਿਸਰ ਆ, ਉਹ ਕਹਿੰਦਾ ਕਿ ਮੈਂ ਕਦੇ ਵੀ ਆਫਿਸ ਦੇ ਵਿੱਚ ਬੈਠਾ ਹਮੇਸ਼ਾ ਹਵਾ ਚੇਂਜ ਕਰਾਈ, ਮਾਸਕ ਲਾਇਆ, ਗੁਆਂਢੀ ਪਏ, ਹੱਥ ਡਿਸਇਨਫੈਕਟ ਕੀਤੇ। ਸਿਰਫ ਇੱਕ ਗਲਤੀ ਕੀਤੀ ਕਿ ਇੱਕ ਬੰਦੇ ਨੂੰ ਉਹਦਾ ਟੈਲੀਫੋਨ ਸੀ, ਬੰਦੇ ਦਾ ਚੱਕ ਕੇ ਉਹਨੂੰ ਫੜਾਇਆ, ਜੋ ਕਿ ਬਾਅਦ ਵਿੱਚ ਪਤਾ ਲੱਗਾ ਪੋਜ਼ੀਟਿਵ ਨਿਕਲਿਆ। ਕਹਿਣ ਦਾ ਮਤਲਬ ਸਿਰਫ ਇੱਕ ਟੈਲੀਫੋਨ ਪਾਸ ਕਰਨ ਦੇ ਨਾਲ ਹੀ ਪੋਜ਼ੀਟਿਵ ਹੋ ਗਿਆ, ਬਾਕੀ ਹੋਰ ਕੁਛ ਵੀ ਨਹੀਂ ਸੀ। ਹੌਸਪਿਟਲਾਂ ਦੀ ਜੇ ਗੱਲ ਕਰੀਏ, ਹੌਸਪਿਟਲਾਂ ਦੇ ਵਿੱਚ ਬੰਦਾ ਬਹੁਤ ਛੇਤੀ ਪੋਜ਼ੀਟਿਵ ਹੋ ਜਾਂਦਾ, ਪਰ ਇਹ ਕਹਿ ਦਈਏ 100 ਦੇ ਵਿੱਚੋਂ ਇੱਕ ਬੰਦਾ ਹੋ ਸਕਦਾ। ਪਰ ਤੁਸੀਂ ਹੁਣ ਸੋਚੋਗੇ ਵੀ 100 'ਚੋਂ ਇੱਕ ਹੁੰਦਾ ਤਾਂ ਬਹੁਤ ਛੇਤੀ ਕਿੱਦਾਂ ਹੋ ਸਕਦਾ। ਦੇਖੋ 100 'ਚੋਂ ਇੱਕ ਇਸ ਕਰਕੇ ਹੁੰਦਾ, ਕਈ ਵਾਰ ਹੌਸਪਿਟਲ ਦੇ ਵਿੱਚ ਸ਼ਾਇਦ ਹੋ ਸਕਦਾ ਕੋਈ ਇੱਦਾਂ ਦਾ ਕੋਨਾ ਹੋਵੇ ਜਿਹਨੂੰ ਸਾਫ਼ ਨਾ ਕੀਤਾ ਹੋਵੇ, ਸ਼ਾਇਦ। ਅਤੇ ਜੇ ਉਸ ਜਗ੍ਹਾ 'ਤੇ ਹੱਥ ਲੱਗੇ ਤਾਂ ਫਿਰ ਬੰਦਾ ਪੋਜ਼ੀਟਿਵ ਬਣ ਸਕਦਾ ਹੈ। ਕਿਉਂਕਿ ਇੱਦਾਂ ਦਾ ਹੀ ਕੇਸ ਆਇਆ ਸੀ ਇੱਕ ਰੋਮਾ ਦੇ ਵਿੱਚ ਆਇਆ ਸੀ। ਜਿਹੜਾ ਹੌਸਪਿਟਲ ਸੀ ਲੋਸਪੇਦਾਲੇ ਸੰਤਅੰਦਰੇਆ, ਜਿਹਦੇ ਵਿੱਚ ਲੁਚਾਨੋ ਦੇ ਬਾਜ਼ੇ 66 ਸਾਲ ਦੀ ਇੱਕ ਹਾਰਟ ਦੀ ਡਾਕਟਰ ਸੀ, ਜਿਹੜੀ ਤਕਰੀਬਨ ਬੰਦਿਆਂ ਨੂੰ ਫੋਲੋ ਕਰ ਰਹੀ, ਅਤੇ ਬਾਅਦ ਵਿੱਚ ਉਹਨਾਂ ਹੀ ਬੰਦਿਆਂ ਦੇ ਵਿੱਚ ਉਹਨੂੰ ਪਾਇਆ ਗਿਆ, ਕਿਉਂਕਿ ਉਹ ਵੀ ਪੋਜ਼ੀਟਿਵ ਆ ਗਈ ਸੀ। ਉਹ ਵੀ ਇਹੀ ਕਹਿ ਰਹੀ ਸੀ ਕਿ ਮੈਂ ਹਰ ਇੱਕ ਜਿਹੜੀ ਮੁਮਕਿਨ ਚੀਜ਼ ਆ, ਪ੍ਰੀਕਾਸ਼ਨ ਯੂਜ਼ ਕੀਤੀ, ਪਰ ਫਿਰ ਵੀ ਉਹਨੂੰ ਸਮਝ ਨਹੀਂ ਆਈ ਵੀ ਕਿਸ ਹਿਸਾਬ ਦੇ ਨਾਲ ਹੋਇਆ। ਹੁਣ ਕੁਛ ਦਿਨ ਪਹਿਲਾਂ ਆਪਣੀ ਇੰਡੀਆ ਨੇ ਵੀ ਇੱਕ ਰਿਸਰਚ ਵਿੱਚ ਗੱਲ ਸਾਹਮਣੇ ਲਿਆਂਦੀ ਹੈ ਵੀ ਕਾਗਜ਼ ਦੇ ਉੱਤੇ ਜਿਹੜਾ ਵਾਇਰਸ ਆ ਤਕਰੀਬਨ ਕਾਫੀ ਟਾਈਮ ਤੱਕ ਜੀ ਸਕਦਾ ਹੈ। ਪਰ ਇਹ ਵੀ ਗੱਲ ਸੱਚ ਆ ਕਿ ਸਰਕਾਰ ਕਹਿ ਰਹੀ ਹੈ, ਰਿਸਰਚਰ ਕਹਿ ਰਹੇ ਨੇ ਕਿ ਜੇ ਚਾਹੇ ਕਾਗਜ਼ ਹੋਵੇ, ਟੈਲੀਫੋਨ ਹੋਵੇ, ਜਾਂ ਫਿਰ ਜਿਹੜੀਆਂ ਆਪਾਂ ਨੋਰਮਲੀ ਆਪਣਾ ਮਾਰਕੀਟਾਂ ਵਿੱਚ ਜਾਣ ਵਾਲੀਆਂ ਕਰੈਲੀਆਂ ਹੁੰਦੀਆਂ, ਉਹਨਾਂ ਦੇ ਮੰਨੀ ਲਈਏ ਜਦੋਂ ਅਸੀਂ ਫੜਦੇ ਹਾਂ, ਅਸੀਂ ਉਹਨਾਂ ਨੂੰ ਹੱਥ ਲਾਈਏ, ਜੇ ਉਹ ਚੰਗੀ ਤਰ੍ਹਾਂ ਸਾਫ਼ ਕੀਤੀਆਂ ਹੋਣ ਤਾਂ ਉਹਨਾਂ ਦਾ ਕੋਈ ਖਤਰਾ ਨਹੀਂ ਹੁੰਦਾ। ਪਰ ਹੁੰਦਾ ਕਿ ਨੋਰਮਲੀ ਅਸੀਂ ਜਾਂਦੇ ਹਾਂ ਉੱਥੇ, ਅਤੇ ਬੰਦੇ ਕਿ ਪੋਜ਼ੀਟਿਵ ਜੇਕਰ ਕੋਈ ਬੰਦਾ ਉੱਥੇ ਆਇਆ ਹੋਵੇ ਤਾਂ ਉਹਦੇ ਜਿਹੜੇ ਕਣ ਉਹਦੇ ਉੱਤੇ ਰਹਿ ਸਕਦੇ ਆ। ਪਰ ਇਸ ਟਾਈਮ ਐਗਜ਼ੈਕਟ ਕੋਈ ਵੀ ਸਟੱਡੀ ਨਹੀਂ ਕੀਤੀ ਕਿ ਕਿੰਨਾ ਟਾਈਮ ਉਹਦੇ ਕਣ ਰਹਿ ਸਕਦੇ ਆ, ਜਿਹਦੇ ਨਾਲ ਬੰਦਾ ਪੋਜ਼ੀਟਿਵ ਹੋ ਸਕਦਾ ਜਾਂ ਫਿਰ ਨੈਗੇਟਿਵ ਹੋ ਸਕਦਾ। ਵੱਧਦੇ ਹਾਂ ਜੀ ਅਗਲੀ ਖਬਰ ਵੱਲ। ਅਗਲੀ ਖਬਰ ਸਾਨੂੰ ਇਹ ਕਹਿ ਰਹੀ ਹੈ ਕਿ ਜਰਮਨ ਕਹਿੰਦਾ ਕਿ ਮੈਂ ਲੋਕਡਾਊਨ ਲਾਣਾ, ਅਤੇ ਜੋ ਲੋਕਡਾਊਨ ਲਾਣਾ ਜਿੱਦਾਂ ਇਟਲੀ ਦੇ ਵਿੱਚ ਲੱਗਾ ਸੀ, ਇਹਨੂੰ ਲੋਕਡਾਊਨ ਦੂਰੋਂ ਕਿਹਾ ਜਾ ਰਿਹਾ ਕਿ ਹਰ ਇੱਕ ਚੀਜ਼ ਬੰਦ ਕਰ ਦੇਣੀ ਆ। ਅਤੇ ਉੱਧਰ ਹੀ ਜਿਹੜਾ ਆਪਣਾ ਇੰਗਲੈਂਡ ਤੋਂ ਵੀ ਇੱਕ ਖਬਰ ਆ ਰਹੀ ਹੈ ਕਿ ਸ਼ਾਇਦ ਇੰਗਲੈਂਡ ਨੂੰ ਇੱਕ ਗੁਫਾ ਦੇ ਵਿੱਚ ਇੱਕ ਆਸ ਦੀ ਕਿਰਨ, ਕਹਿਣ ਦਾ ਮਤਲਬ, ਦਿਸਣ ਨੂੰ ਆ ਰਹੀ ਹੈ ਜੀ। ਜੇ ਅਸੀਂ ਜਰਮਨ ਦੀ ਗੱਲ ਕਰੀ ਤਾਂ ਜਰਮਨ ਦਾ ਵਿੱਚ ਜਿਹੜਾ ਬਰਲਿਨ, ਉਹਦੇ ਵਿੱਚ 3,856 ਜਿਹੜੇ ਨਵੇਂ ਟੋਟਲ ਕੇਸ ਆਏ, 528 ਮਰੀਜ਼ਾਂ ਦੀ ਮੌਤ ਹੋਈ। ਉਹ ਕਹਿ ਰਹੇ ਨੇ ਕਿ ਮਰਨ ਵਾਲਿਆਂ ਦੀ ਗਿਣਤੀ 500 ਤੋਂ ਉੱਤੇ ਹੋਵੇ, ਗਿਣਤੀ ਤਾਂ ਬਹੁਤ ਵੱਧ ਵਾ। ਜੇ 500 ਕੇਸ ਆਵੇ ਤਾਂ ਫਿਰ ਅਸੀਂ ਨੋਰਮਲ ਮੰਨ ਸਕਦੇ ਹਾਂ, ਪਰ 3,000 4,000 ਕੇਸ ਆਉਣਾ ਬਹੁਤ ਹੀ
ਜ਼ਿਆਦਾ। ਇਸ ਕਰਕੇ ਇਸ ਟਾਈਮ ਇਹਨਾਂ ਤੋਂ ਇਹ ਅਪਡੇਟ ਆ ਰਿਹਾ ਕਿ ਜਿਸ ਹਿਸਾਬ ਨਾਲ ਇਹਨੇ 16 ਤਰੀਕ ਤੋਂ 16 ਦਸੰਬਰ ਤੋਂ ਕਿਹਾ ਸੀਗਾ ਵੀ ਲੋਕਡਾਊਨ ਲਾਉਣਾ, ਫਿਰ 7 ਮਾਰਚ ਤੱਕ ਕਰਨ ਦੀ ਗੱਲਬਾਤ ਕੀਤੀ ਸੀ। ਇਸ ਤਰ੍ਹਾਂ ਦੇ ਜਿਹੜੇ ਉੱਥੇ ਦੇ ਲੋਕਡਾਊਨ ਆ ਹੁਣ 14 ਮਾਰਚ ਤੱਕ ਵੱਧ ਜਾਣਾ। ਬੰਦ ਕੀ ਹੋਣਾ ਜੀ, ਉਹਦੇ ਆਪਣਾ ਜਰਮਨ ਦੇ ਵਿੱਚ ਵੀ ਨੇਗੋਸੀ ਹੋ ਗਏ, ਜਿਹੜੀਆਂ ਦੁਕਾਨਾਂ ਹੋ ਗਈਆਂ, ਬਾਰ, ਰੈਸਟੋਰੈਂਟ, ਸਿਨੇਮਾ ਥੀਏਟਰ, ਯਾਨੀ ਕਹਿਣ ਦਾ ਮਤਲਬ ਜੋ ਇਟਲੀ ਦੇ ਵਿੱਚ ਬੰਦ ਆ ਹਰ ਇੱਕ ਚੀਜ਼ ਹੁਣ ਉਹਨਾਂ ਨੇ ਵੀ ਬੰਦ ਕਰ ਦੇਣੀ ਹੈ। ਜਿੰਨੇ ਵੀ ਪਬਲਿਕ ਟਰਾਂਸਪੋਰਟ ਆ ਉਹਨਾਂ ਦੇ ਵਿੱਚ ਵੀ ਸਾਰਿਆਂ ਦੇ ਵਿੱਚ ਮਾਸਕ ਗੁਆਂਤੀਆਂ ਪਾ ਕੇ ਜਾਣ ਦੀ ਲੋੜ ਪਿਆ ਕਰਨੀ। ਗੁਆਂਤੀਆਂ ਨਹੀਂ ਪਰ ਮਾਸਕ ਹੀ ਨੇ ਬਹੁਤ ਜ਼ਰੂਰੀ, ਜਿਹੜੇ FFP2 ਵਾਲੇ ਨੇ। ਅਤੇ 1 ਮਾਰਚ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜਰਮਨ ਦੇ ਵਿੱਚ 1 ਮਾਰਚ ਤੋਂ ਬਾਅਦ ਜਿਹੜੇ ਬਾਰਬਰ ਸ਼ਾਪ ਹੁੰਦੇ ਆ, ਹੇਅਰ ਕਟਿੰਗ ਦੇ ਜਿਹੜੇ ਸਲੂਨ ਆ ਉਹ ਖੁੱਲ੍ਹ ਸਕਦੇ ਆ। ਵੱਧਦੇ ਆ ਜੀ ਅਗਲੀ ਖਬਰ ਵੱਲ। ਸਲਵੀਨੀ ਆਪਣੇ ਜਿਹੜੇ ਨਵੇਂ ਮਿਨਿਸਟਰ ਬਣੇ ਆ ਜੀ, ਉਹਨਾਂ ਦੇ ਖਿਲਾਫ ਪਹਿਲਾਂ ਤੋਂ ਹੀ ਬੋਲਣ ਲੱਗ ਗਏ ਨੇ। ਉਹਨਾਂ ਨੇ ਕਿਹਾ, ਮਾਰੀਓ ਦਰਾਗੀ ਦਾ ਕਹਿਣਾ ਕਿ ਐਰੋ ਇੱਕ ਐਸੀ ਚੀਜ਼ ਆ ਜਿਹਨੂੰ ਅਸੀਂ ਕਹਿ ਦਈਏ ਨਾਮੁਮਕਿਨ ਆ, ਪਿੱਛੇ ਨੂੰ ਨਹੀਂ ਮੁੜਿਆ ਜਾ ਸਕਦਾ। ਇੱਕ ਐਸੀ ਚੀਜ਼ ਹੈ ਜੋ ਅਸੀਂ ਨਾਮੁਮਕਿਨ ਹੀ ਕਹਿੰਦੇ ਹਾਂ। ਅਤੇ ਮਤੇਓ ਸਲਵੀਨੀ ਨੇ ਇਸ ਗੱਲ ਦਾ ਜਵਾਬ ਇੱਦਾਂ ਦਿੱਤਾ ਵੀ ਨਾਮੁਮਕਿਨ ਜਿਸ ਚੀਜ਼ ਨੂੰ ਅਸੀਂ ਰੋਕ ਨਹੀਂ ਸਕਦੇ ਉਹ ਹੈ ਹੋਣੀ। ਮੌਤ ਨੂੰ ਨਹੀਂ ਬਦਲਿਆ ਜਾ ਸਕਦਾ ਪਰ ਐਰੋ ਨੂੰ ਬਦਲਿਆ ਜਾ ਸਕਦਾ। ਇਹ ਸ਼ਾਇਦ ਹੁਣ ਗੱਲਬਾਤ ਚੱਲ ਰਹੀ ਹੈ ਪਰ ਇਹਦੇ 'ਚ ਕਹਿਣਾ ਮੁਸ਼ਕਿਲ ਹੈ ਕਿ ਮਤੇਓ ਸਲਵੀਨੀ ਜੀ ਸ਼ਾਇਦ ਚਾਹੁੰਦੇ ਨੇ ਕਿ ਐਰੋ ਨੂੰ ਛੱਡ ਕੇ ਦੁਬਾਰਾ ਲੀਰਿਆਂ 'ਤੇ ਵਾਪਸ ਆਇਆ ਜਾਵੇ, ਕਿਉਂਕਿ ਇਟਲੀ ਦੇ ਵਿੱਚ ਜ਼ਿਆਦਾ ਮੰਦੀ ਕਦ ਹੋਈ ਜਦੋਂ ਇਟਲੀ 2000 ਦੇ ਵਿੱਚ ਜਾਂ 2002 ਦੇ ਵਿੱਚ, ਜਿਹੜੇ ਵੀ ਸੰਨ ਦੇ ਵਿੱਚ ਜਦੋਂ ਇਟਲੀ ਨੇ ਐਰੋ ਨੂੰ ਅਪਣਾਇਆ ਵੀ ਇਟਲੀ ਦੀ ਜਿਹੜੀ ਪਾਵਰ ਵੱਧ ਜਾਊਗੀ, ਉਹਦੇ ਇਟਲੀ ਦਾ ਜਿਹੜਾ ਮੋਨੇਤਾ, ਜਿਹੜੀ ਇਹਦੇ ਪੈਸੇ ਦੀ ਪਾਵਰ ਵੱਧ ਜਾਊਗੀ। ਪਰ ਇਹਦੇ ਨਾਲ ਕੀ ਹੋਇਆ, ਜਿਹੜੀਆਂ ਚੀਜ਼ਾਂ ਪਹਿਲਾਂ ਜੇਕਰ ਕਿਸੇ ਬੰਦੇ ਨੂੰ 2000 ਮਿਲੇ ਰੱਖਦੇ ਆ, ਜਿਸ ਕਿਸੇ ਬੰਦੇ ਨੂੰ 2000 ਮਿਲਾ ਪੈਸੇ ਮਿਲ ਰਿਹਾ ਸੀ ਅਤੇ ਉਹਨੂੰ 1000 ਐਰੋ ਮਿਲਣ ਲੱਗ ਗਿਆ। ਅਤੇ ਜਿਹੜੀਆਂ ਚੀਜ਼ਾਂ ਉਸ ਵੇਲੇ 2000 ਮਿਲੇ ਦੇ ਵਿੱਚ ਆਉਂਦੀਆਂ ਸੀ ਉਹ ਹੁਣ 2000 ਐਰੋ ਤੱਕ ਹੋ ਗਈਆਂ। ਕਹਿਣ ਦਾ ਮਤਲਬ ਤਨਖਾਹਾਂ ਘੱਟ ਗਈਆਂ ਪਰ ਜਿਹੜੀ ਮਹਿੰਗਾਈ ਆ ਉਹ ਵੱਧਦੀ ਰਹੀ। ਅਤੇ ਇਟਲੀ ਦੇ ਵਿੱਚ ਜਿਸ ਡਾਲਰ ਤੋਂ ਇਟਲੀ ਦਾ ਜਿਹੜਾ ਰੇਟ ਘੱਟ ਹੁੰਦਾ ਸੀ, ਜਿਸ ਕਾਰਨ ਅਮਰੀਕਾ ਦੇ ਵਿੱਚ ਕਾਫੀ ਕੰਮ ਚੱਲਦਾ ਸੀ ਇਟਲੀ ਦਾ। ਸਿਰਫ ਅਮਰੀਕਾ ਦਾ ਹੀ ਨਹੀਂ, ਯੂਰਪ ਦੇ ਵੀ ਕਾਫੀ ਹੋਰ ਦੇਸ਼ ਇਟਲੀ ਤੋਂ ਜਿਹੜੇ ਕੰਮ ਕਰਵਾਉਂਦੇ ਸੀ, ਕਿਉਂਕਿ ਜਿਹੜਾ ਕਰੰਸੀ ਦਾ ਰੇਟ ਘੱਟ ਹੋਣ ਕਾਰਨ, ਜਿੱਦਾਂ ਹੁਣ ਸਾਰੇ ਰੋਮਾਨੀਆ ਦੇ ਵਿੱਚ ਚਲੇ ਗਏ, ਇਸ ਹਿਸਾਬ ਦੇ ਨਾਲ ਇਟਲੀ ਦੇ ਵਿੱਚ ਵੀ ਕੰਮ ਦਾ ਘਾਟਾ ਨਹੀਂ ਹੁੰਦਾ ਸੀ। ਪਰ ਹੌਲੀ ਹੌਲੀ ਇਹ ਸਭ ਕੁਛ ਫਿਰ ਅੱਗੇ ਜਾ ਕੇ ਬਦਲਦਾ ਗਿਆ ਜੀ। ਅਗਲਾ ਅਪਡੇਟ ਆ ਰਿਹਾ ਜੀ ਕਿ ਲੋਂਬਰਦੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਲਗਾਤਾਰ ਜਿਹੜੇ ਕੇਸ ਵਧੀ ਜਾ ਰਹੇ ਨੇ। ਇਹ ਹੋ ਸਕਦਾ ਹੈ ਜੀ ਕਿ ਬਰੇਸ਼ੀਆ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ, ਕੱਲ੍ਹ ਪਰਸੋਂ ਜਾਂ ਫਿਰ ਆਉਣ ਵਾਲੇ ਸੋਮਵਾਰ ਤੋਂ ਲੱਗ ਸਕਦਾ ਜੀ ਰੈੱਡ ਜ਼ੋਨ ਬਰੇਸ਼ੀਆ ਹੋ ਸਕਦਾ, ਬਰੇਸ਼ੀਆ ਆਰਿਆ ਰੋਸਾ ਹੋ ਸਕਦਾ। ਸਪੈਸ਼ਲੀ ਜਿਹੜਾ ਬਾਸਾ ਬਰੇਸ਼ਾ ਨਾ ਅਸੀਂ ਗੱਲ ਕਰਦੇ ਹਾਂ, ਇਹਦੇ ਵਿੱਚ ਰੈੱਡ ਜ਼ੋਨ ਲੋਕਡਾਊਨ ਲੱਗ ਸਕਦਾ, ਪੂਰੇ ਲੋਂਬਰਦੀਆ ਦੇ ਵਿੱਚ ਨਹੀਂ, ਸਿਰਫ ਬਰੇਸ਼ੀਆ ਦੇ ਵਿੱਚ। ਉੱਧਰ ਦੀ ਜੇ ਅਸੀਂ ਗੱਲ ਕਰੀਏ ਬਰੇਸ਼ੀਆ ਤੋਂ ਵੱਧ ਕੇ ਜੇ ਅਸੀਂ ਕਰੀਏ ਤਾਂ ਕੱਲ੍ਹ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਕੱਲ੍ਹ ਨੂੰ ਪ੍ਰੋਵਿੰਚਾ ਦੀ ਅਨਕੋਨਾ ਦੇ ਵਿੱਚ ਆਉਣ ਜਾਣ ਦੀ ਮਨਾਹੀ ਹੈ ਜੀ। ਲਿਮਟ ਲਾ ਦਿੱਤੀ ਗਈ ਹੈ ਇੰਤਰਾਤਾ ਅਤੇ ਉਸ਼ੀਦਾ ਦੇ ਐਂਟਰ ਹੋਣ 'ਤੇ ਬੰਦਿਆਂ ਦੇ ਬਾਹਰ ਨਿਕਲਣ ਦੇ ਉੱਤੇ ਜਿਹੜੀ ਲਿਮਟ ਲਾ ਦਿੱਤੀ ਗਈ ਹੈ। ਇੰਗਲੈਂਡ ਦੀ ਜੇ ਅਸੀਂ ਜਦੋਂ ਗੱਲ ਕਰਦੇ ਸੀ ਤਾਂ ਇੰਗਲੈਂਡ ਦੇ ਵਿੱਚ 10,625 ਨਵਾਂ ਕੇਸ ਸਾਹਮਣੇ ਆਇਆ ਸੀ ਅਤੇ ਜਿਹੜੇ ਮਰਨ ਵਾਲਿਆਂ ਦੀ ਗਿਣਤੀ ਹੈ ਇਸ ਟਾਈਮ ਜੋ ਖਬਰਾਂ ਤੋਂ ਮਿਲ ਰਿਹਾ ਜੀ 1052, ਜੋ ਕਿ ਥੋੜ੍ਹੀ ਜਿਹੀ ਘੱਟ ਰਹੀ ਹੈ ਬਾਕੀ ਦਿਨਾਂ ਦੇ ਨਾਲੋਂ। ਜੌਨਸਨ ਨੇ ਵੀ ਆਪਣੀ ਜਿਹੜੀ ਐਮਾ ਆ ਇਟਲੀ ਦੇ ਵਿੱਚ, ਯੂਰਪ ਦੇ ਵਿੱਚ ਜਿਹੜੀ ਏਜੰਸੀ ਯੂਰੋਪੀਅਨ ਫਾਰਮਾਕੋ, ਜਿਹੜੀ ਯੂਰਪ ਦੇ ਵਿੱਚ ਹਰ ਤਰ੍ਹਾਂ ਦੀ ਦਵਾਈ ਨੂੰ ਅਪਰੂਵ ਕਰਦੀ, ਉਹਨਾਂ ਦੇ ਮੂਹਰੇ ਗੁਜ਼ਾਰਿਸ਼ ਰੱਖੀ ਹੈ, ਅਰਜ਼ੀ ਪੇਸ਼ ਕੀਤੀ ਹੈ ਕਿ ਉਹਨਾਂ ਨੂੰ ਵੀ ਆਪਣੀ ਜਿਹੜੀ ਵੈਕਸੀਨ ਆ ਯੂਰਪ ਦੇ ਵਿੱਚ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਜੀ। ਅਤੇ ਇੱਕ ਬੈਡ ਨਿਊਜ਼ ਰੱਖ ਲੈਂਦੇ ਹਾਂ ਜੀ। ਬੈਡ ਨਿਊਜ਼ ਇਹ ਹੈ ਕਿ ਇੰਗਲੈਂਡ ਦੇ ਵਿੱਚ ਇੱਕ ਹੋਰ ਘਾਤਕ ਖਤਰਨਾਕ ਵਾਇਰਸ ਲੱਭਿਆ ਗਿਆ। ਹਮੇਸ਼ਾ ਹੀ ਇਹ ਕਰੋਨਾ ਦਾ ਹੀ ਪੁੱਤਰ ਆ, ਕਰੋਨਾ ਦਾ ਹੀ ਮੁੰਡਾ ਆ, ਅਤੇ ਇਹ ਜਿਹੜਾ ਇਹਦਾ ਕੰਮ ਆ ਐਗਜ਼ੈਕਟ ਉਹੀ ਹੈ ਜਿਹੜੇ ਪਹਿਲਾਂ ਕਰਦੇ ਸੀ, ਪਰ ਇਹ ਥੋੜ੍ਹਾ ਜਿਹਾ ਪ੍ਰੋਟੀਨ ਸਪਾਈਕ ਦੇ ਉੱਤੇ ਜ਼ਿਆਦਾ ਅਸਰ ਕਰਦਾ ਆ। ਅਤੇ ਇਸ ਟਾਈਮ ਇਹਦਾ ਇਹ ਨਹੀਂ ਸਮਝ ਆ ਰਹੀ ਵੀ ਇਹ ਕਿੰਨਾ ਖਤਰਨਾਕ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਪਤਾ ਲੱਗੂਗਾ, ਪਰ ਇਹਨਾਂ ਇਹ ਵੀ ਅਸਰ ਹੋਣਾ ਕਿ ਇੰਗਲੈਂਡ ਦੇ ਵਿੱਚ ਜਿਹੜੇ ਵੱਧ ਸਕਦੇ ਆ ਹੋਰ ਜਿਹੜਾ ਐਫੀਕਾਚਾ ਜਿਹੜਾ ਇਹਦਾ ਘਟਦਾ। ਪਰ ਜਿੰਨੀਆਂ ਵੈਕਸੀਨ ਆ ਰਹੀਆਂ ਇਹਨਾਂ ਦਾ ਕੁਛ ਨਹੀਂ ਪਤਾ, ਕਿਉਂਕਿ ਹਰ ਵੈਕਸੀਨ ਵਾਲਾ ਇਹੀ ਦਾਅਵਾ ਕਰਨੇ ਕਿ ਸਾਡਾ ਜਿਹੜਾ ਵਾਇਰਸ, ਸਾਡੀ ਜਿਹੜੀ ਵੈਕਸੀਨ ਹਰ ਵਾਇਰਸ ਦੇ ਖਿਲਾਫ ਕੰਮ ਕਰਦੀ ਆ, ਪਰ ਫਿਰ ਵੀ ਜਿਹੜੀ ਗਿਣਤੀ ਹੈ ਲੋਕਾਂ ਦੀ ਵੱਧਦੀ ਜਾ ਰਹੀ ਹੈ। ਇਸ ਵਿੱਚ ਕੁਛ ਵੀ ਇਸ ਟਾਈਮ ਕਹਿਣਾ ਮੁਸ਼ਕਿਲ ਆ। ਇਟਲੀ ਦੇ ਵਿੱਚ ਡਾਕਟਰਾਂ ਦੀ ਗੱਲ ਕਰੀ ਤਾਂ 319 ਡਾਕਟਰਾਂ ਦੀ ਮੌਤ ਹੁਣ ਤੱਕ ਇਟਲੀ ਦੇ ਵਿੱਚ ਹੋ ਚੁੱਕੀ ਹੈ ਜੀ।
ਵੇਨੇਤੋ ਵੱਲ ਚੱਲੀਏ ਤਾਂ ਵੇਨੇਤੋ ਦੇ ਵਿੱਚ ਲੂਕਾਸ ਆਈਆ ਜੀ ਦਾ ਇੱਕ ਬਿਆਨ ਹੈ ਜੀ। ਉਹ ਕਹਿ ਰਹੇ ਨੇ ਕਿ ਆਸਟਰਾਜ਼ੇਨੇਕਾ ਹੋ ਗਈ, ਫਾਈਜ਼ਰ ਹੋ ਗਈ, ਮੋਡਰਨਾ ਹੋ ਗਈ, ਹੁਣ ਜੌਨਸਨ ਐਂਡ ਜੌਨਸਨ ਵੀ ਮੈਦਾਨ ਦੇ ਵਿੱਚ ਉਤਰਨ ਜਾ ਰਹੀ ਹੈ। ਉਹ ਕਹਿ ਰਹੇ ਨੇ ਕਿ ਅਸੀਂ ਸਿਰਫ ਇਹੀ ਵੈਕਸੀਨਾਂ ਹੀ ਕਿਉਂ, ਸਾਨੂੰ ਲੋੜ ਹੈ ਕਿ ਅਸੀਂ ਰਸ਼ੀਆ ਦੀ ਜਾਂ ਫਿਰ ਚਾਈਨਾ ਦੀ, ਜ਼ਿਆਦਾਤਰ ਰਸ਼ੀਆ ਦੀ ਹੀ ਗੱਲ ਕੀਤੀ ਜਾ ਰਹੀ ਹੈ ਕਿ ਸਪੁਤਨਿਕ 5 ਜਿਹੜੀ ਵੈਕਸੀਨ ਆ ਇਹਨੂੰ ਕਿਉਂ ਨਾ ਸਾਨੂੰ ਦਿੱਤਾ ਜਾਵੇ। ਅਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਪਤਾ ਲੱਗੂਗਾ ਕਿਹੜੀ ਕਿਹੜੀ ਵੈਕਸੀਨ ਹੋਰ ਇਟਲੀ ਦੇ ਵਿੱਚ ਐਂਟਰ ਹੋਣ ਜਾ ਰਹੀ ਹੈ ਜੀ। ਆਲ ਤੋਂ ਆਦਿਜੇ ਦੇ ਵਿੱਚ ਤਕਰੀਬਨ 6 ਕੇਸ ਰਜਿਸਟਰ ਹੋਏ ਨੇ, ਜਿਹੜਾ ਸਾਊਥ ਅਫਰੀਕਾ ਦਾ ਵਾਰੀਐਂਟ ਹੈ ਜੀ। ਜੀ ਤੁਸੀਂ ਨੋਟ ਕੀਤਾ ਹੋਣਾ ਕਿ ਆਪਣੀਆਂ ਖਬਰਾਂ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਇੰਗਲੈਂਡ ਵਿੱਚ ਇੱਕ ਆਸ ਦੀ ਕਿਰਨ ਵੀ ਦਿਸ ਰਹੀ। ਆਸ ਦੀ ਕਿਰਨ ਅਸੀਂ ਕਿਉਂ ਕਿਹਾ? ਆਸ ਦੀ ਕਿਰਨ ਇਸ ਕਰਕੇ ਕਿਹਾ ਕਿ ਇੰਗਲੈਂਡ ਦੇ ਵਿੱਚ ਹਰ 5 ਬੰਦਿਆਂ ਪਿੱਛੇ ਇੱਕ ਬੰਦਾ ਗਿਣਤੀ ਦੇ ਵਿੱਚ ਕਾਗਜ਼ਾਂ ਦੇ ਵਿੱਚ ਸੇਫ ਮੰਨਿਆ ਜਾ ਰਿਹਾ। ਕਿਉਂ ਮੰਨਿਆ ਜਾ ਰਿਹਾ? ਇਸ ਕਰਕੇ ਮੰਨਿਆ ਜਾ ਰਿਹਾ ਕਿ ਹਰ 5 ਬੰਦਿਆਂ ਪਿੱਛੇ ਤਕਰੀਬਨ ਇੱਕ ਬੰਦੇ ਨੂੰ ਵੈਕਸੀਨ ਲੱਗ ਚੁੱਕੀ ਹੈ। ਇੰਨੀਆਂ ਵੈਕਸੀਨਾਂ ਇੰਗਲੈਂਡ ਦੇ ਵਿੱਚ ਲੱਗ ਚੁੱਕੀਆਂ ਨੇ। ਵੱਧਦੇ ਹਾਂ ਜੀ ਅਗਲੀ ਖਬਰ ਵੱਲ। ਅਗਲੀ ਖਬਰ ਇਹ ਹੈ ਜੀ ਕਿ ਜਿਹੜਾ ਫੇਸਬੁੱਕ ਉੱਤੇ ਹੈਕਰਾਂ ਦਾ ਅਟੈਕ ਹੋਇਆ, ਜਿਹਦੇ ਨਾਲ ਬਹੁਤ ਸਾਰੇ ਬੰਦਿਆਂ ਦੇ ਜਿਹੜਾ ਡਾਟਾ ਉੜ ਗਿਆ। ਜੇ ਅਸੀਂ ਗੱਲ ਸਿਰਫ ਇਟਲੀ ਦੀ ਕਰੀ ਤਾਂ ਇਟਲੀ ਦੇ ਵਿੱਚ ਤਕਰੀਬਨ 36 ਮਿਲੀਅਨ 3 ਕਰੋੜ 57-56 ਲੱਖ ਜਿਹੜੇ ਤਕਰੀਬਨ ਐਗਜ਼ੈਕਟ ਦੀ ਗਿਣਤੀ ਕਰੀਏ ਤਾਂ 3 ਕਰੋੜ 56,77,338 ਜਿਹੜੇ ਬੰਦੇ ਆ, ਇਹਨਾਂ ਦੇ ਜਿਹੜੇ ਚੋਰੀ ਕੀਤੇ ਗਏ ਨੇ, ਅਕਾਊਂਟ ਚੋਰੀ ਕੀਤੇ ਗਏ ਆ। ਪਰ ਜੇ ਅਸੀਂ ਗੱਲ ਕਰੀਏ ਪੂਰੀ ਦੁਨੀਆ ਦੇ ਵਿੱਚ ਜਿਹੜੇ ਫੇਸਬੁੱਕ ਆ 533 ਮਿਲੀਅਨ ਬੰਦਿਆਂ ਦੇ ਜਿਹੜੇ ਅਕਾਊਂਟ ਹੈਕ ਕੀਤੇ ਗਏ ਨੇ। ਅਤੇ ਉਸ ਤੋਂ ਬਾਅਦ ਟੈਲੀਗ੍ਰਾਮ ਦਾ ਇੱਕ ਬੋਟ ਆ, ਉਹਦੇ ਰਾਹੀਂ ਇਹਨਾਂ ਨੂੰ ਨਿਲਾਮੀ ਦੇ ਵਿੱਚ ਰੱਖਿਆ ਗਿਆ। ਹੁਣ ਤੁਸੀਂ ਸੋਚੋਗੇ ਵੀ ਨਿਲਾਮੀ ਕੀ ਕਰਨਾ? ਦੇਖੋ ਬਹੁਤ ਵਾਰ ਇੱਦਾਂ ਆਉਂਦਾ ਕਿ ਤੁਹਾਨੂੰ ਬੈਂਕਾਂ ਦਾ ਫੋਨ ਆਉਂਦਾ, ਤੁਹਾਡੀ ਲੋਟਰੀ ਨਿਕਲੀ ਹੈ ਜੀ, ਤੁਹਾਡੀ ਬੈਂਕ ਯੂਨੀਗ੍ਰੇਡ ਆ, ਤੁਹਾਡੀ ਬੈਂਕ ਕਾਸਾ ਬਦਾਨਾ ਜਾਂ ਕੋਈ ਵੀ ਤੁਹਾਡੀ ਬੈਂਕ ਆ ਜੀ, ਤੁਹਾਡੇ ਫੋਨ 'ਤੇ ਇੱਕ OTP ਆਉਣਾ। ਹੁਣ ਤੁਸੀਂ ਇਹ ਸੋਚੋ ਵੀ ਉਹਨਾਂ ਨੂੰ ਮਿਲਦੀ ਕਿੱਥੋਂ ਆ ਜਾਣਕਾਰੀ ਕਿ ਤੁਹਾਡੇ ਕੋਲ ਬੈਂਕ ਕਿਹੜੀ ਆ, ਤੁਹਾਡਾ ਅਕਾਊਂਟ ਕਿਹੜਾ, ਤੁਹਾਡਾ ਅਕਾਊਂਟ ਨੰਬਰ ਕਿਹੜਾ। ਇਹ ਸਭ ਇਹਨਾਂ ਤੋਂ ਹੀ ਮਿਲਦੀ ਆ। ਇਹ ਜਿਹੜਾ ਡਾਟਾ ਸਾਡਾ ਚੋਰੀ ਹੁੰਦਾ ਜੀ। ਇਸ ਤੋਂ ਬਾਅਦ ਜਿਹੜੇ ਧੋਖੇ ਹੁੰਦੇ ਆ, ਤਰੁਫੇ ਹੁੰਦੇ ਆ, ਵੱਧ ਜਾਣੇ, ਕਿਉਂਕਿ ਹੁਣ ਜਿਹੜੇ 533 ਮਿਲੀਅਨ ਬੰਦਿਆਂ ਦਾ ਡਾਟਾ ਚੋਰੀ ਹੋਇਆ। ਇਟਲੀ ਦੇ ਵਿੱਚ 35 ਤਕਰੀਬਨ 36 ਇਹਨੂੰ 36 ਮਿਲੀਅਨ ਹੀ ਰੱਖਦੇ ਆ। 36 ਮਿਲੀਅਨ ਬੰਦਿਆਂ ਦੇ ਹੁਣ ਟੈਲੀਫੋਨ ਆਉਣਗੇ। ਇਹਨਾਂ ਦੇ ਵਿੱਚ ਨਾਮ ਚੋਰੀ ਕੀ ਹੋਇਆ? ਚੋਰੀ ਹੋਇਆ ਨੋਮੇ ਕੁਈਆਂ, ਬੰਦੇ ਦਾ ਨਾਮ ਕੀ ਆ, ਬੰਦੇ ਦਾ ਟੈਲੀਫੋਨ ਨੰਬਰ ਕੀ ਹੈ, ਈਮੇਲ ਕੀ ਆ, ਬੰਦਾ ਰਹਿੰਦਾ ਕਿੱਥੇ ਆ, ਬੰਦੇ ਦਾ ਜੇ ਸਿੰਗਲ ਆ ਜਾਂ ਵਿਆਹ ਆ, ਯਾਰ ਦੋਸਤ ਕਿਹੜੇ ਆ, ਬੰਦੇ ਦੇ ਇੰਟਰਸਟ ਕਿਹੜੇ ਆ। ਇਹ ਸਾਰੀਆਂ ਚੀਜ਼ਾਂ ਸਾਨੂੰ ਲੱਗਦੀਆਂ ਵੀ ਕਿਸੇ ਕੰਮ ਦੀਆਂ ਨਹੀਂ, ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਨੂੰ ਪਬਲਿਸਿਟੀ ਜਿਹੜੀ ਭੇਜੀ ਜਾਂਦੀ ਆ। ਤੁਸੀਂ ਸੋਚਿਆ ਹੋਣਾ, ਤੁਸੀਂ ਕਦੇ ਨੋਟ ਕਰਿਓ, ਤੁਸੀਂ ਗੱਡੀ ਲੱਭਣੀ ਆ, ਮੰਨ ਲਓ ਓਪਲ ਜਾਫਰਾ ਲੱਭੀ ਆ, ਅਚਾਨਕ ਹੀ ਤੁਸੀਂ ਕਿਸੇ ਵੈਬਸਾਈਟ 'ਤੇ ਜਾਂਦੇ ਆ ਅਤੇ ਤੁਹਾਨੂੰ ਜਿਹੜੀਆਂ ਪਬਲਿਸਿਟੀਆਂ ਸ਼ੁਰੂ ਹੁੰਦੀਆਂ, ਐਡਾਂ ਆਉਣੀਆਂ ਸ਼ੁਰੂ ਹੁੰਦੀਆਂ, ਉਹ ਹਮੇਸ਼ਾ ਹੀ ਗੱਡੀਆਂ ਦੀਆਂ ਆਉਂਦੀਆਂ। ਜਾਂ ਤੁਸੀਂ ਕੋਈ ਸੋਨੇ ਬਾਰੇ ਲੱਭ ਰਹੇ ਆ ਤਾਂ ਤੁਹਾਨੂੰ ਸੋਨੇ ਬਾਰੇ ਹੀ ਜਿਹੜੀਆਂ ਸਭ ਕੁਛ ਆਉਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਹੀ ਹੁੰਦਾ ਕਿਉਂਕਿ ਜੋ ਪ੍ਰਾਈਵੇਸੀ ਆ ਇਹ ਸਾਰੀ ਭੰਗ ਹੋਈ ਆ ਜੀ। ਅਤੇ ਹੁਣ ਜੇਕਰ ਕਿਸੇ ਨੂੰ ਫੋਨ ਆਵੇ ਕਿ ਤੁਹਾਡੇ ਪੈਸੇ ਵਧਾਉਣੇ ਆ, ਲੋਟਰੀ ਨਿਕਲੀ ਆ, ਜਾਂ ਫਿਰ ਹੋਰ ਆਪਣਾ ਬੈਂਕ ਦੇ ਲਈ ਅਕਾਊਂਟ ਆ ਜੀ, ਇੱਥੇ ਕਲਿੱਕ ਕਰੋ, ਕਿਸੇ ਪਾਸੇ ਨਾ ਕਰਿਓ, ਬੈਂਕ ਨੂੰ ਫੋਨ ਕਰਿਓ, ਕਿਉਂਕਿ ਹੁਣ ਧੋਖੇ ਹੋਣੇ ਸ਼ੁਰੂ ਹੋ ਜਾਣੇ ਆ ਜੀ। ਅਤੇ ਇੱਕ ਗੱਲ ਹੋਰ ਬਹੁਤ ਮਸ਼ਹੂਰ ਹੋਈ ਸੀ ਕਿ ਇਟਲੀ ਦੇ ਵਿੱਚ ਹੁਣ ਅਫਵਾਹਾਂ ਵੀ ਚੱਲ ਰਹੀਆਂ। ਅਫਵਾਹਾਂ, ਰੂਮਰਸ ਇਹਨੂੰ ਕਹਿੰਦੇ ਆ ਜੀ, ਕਿ ਇਟਲੀ ਦੇ ਵਿੱਚ ਇੱਕ ਵਾਰ ਫਿਰ ਲੋਕਡਾਊਨ ਲੱਗ ਜਾਣਾ। ਅਤੇ ਕੱਲ੍ਹ ਜਦੋਂ ਇੱਕ ਮੰਤਰੀ ਨੇ, ਜਿਹੜੇ ਸਲਾਹਕਾਰ ਨੇ ਇਟਲੀ ਦੇ ਸਿਹਤ ਮੰਤਰੀ ਜਿਹੜੇ ਰੋਬਰਟੋ ਸਪੈਰਾਂਸਾ ਜੀ, ਉਹਨਾਂ ਦੇ ਜਿਹੜੇ ਸਲਾਹਕਾਰ ਨੇ ਜਿਨ੍ਹਾਂ ਦਾ ਨਾਮ ਵਾਲਤਰ ਰਿਚਾਰਦੀ ਹੈ ਜੀ, ਉਹਨਾਂ ਨੇ ਬਿਆਨ ਦਿੱਤਾ ਕਿ ਇਟਲੀ ਦੇ ਵਿੱਚ ਜੇ ਅਸੀਂ ਸਭ ਕੁਛ ਦੁਬਾਰਾ ਨੋਰਮਲ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇੱਥੇ ਇਟਲੀ ਦੇ ਵਿੱਚ ਲੋਕਡਾਊਨ ਲਾਉਣ ਦੀ ਲੋੜ। ਉਸ ਤੋਂ ਬਾਅਦ ਸਾਰੇ ਬੰਦੇ ਉਹਦੇ ਖਿਲਾਫ ਹੋ ਗਏ। ਕੱਲ੍ਹ ਸਾਰੇ ਬੰਦੇ ਖਿਲਾਫ ਸੀ। ਅੱਜ ਕੀ ਆ? ਅੱਜ ਤਕਰੀਬਨ ਸਾਰਿਆਂ ਦੀਆਂ ਮਿਲੀ ਭਗਤ ਲੱਗ ਰਹੀ ਹੈ ਕਿ ਜਿੱਦਾਂ ਸਾਰਿਆਂ ਨੇ ਇੱਕ ਹੀ ਪਲੇਟ ਦੇ ਵਿੱਚ ਬੈਠ ਕੇ ਖਾਧਾ ਹੁੰਦਾ। ਸਾਰਿਆਂ ਦੇ ਜਿਹੜੇ ਬਿਆਨ ਆ ਇੱਕੋ ਜਿਹੇ ਆ ਰਹੇ ਨੇ। ਅਤੇ ਉਹ ਕੀ ਕਹਿ ਰਹੇ ਨੇ? ਇਹ ਕਹਿ ਰਹੇ ਨੇ ਕਿ ਫਿਰ ਸ਼ਾਇਦ ਇਹ ਹੁਣ ਲੋਕਡਾਊਨ ਲਾਉਣਾ ਪੈਣਾ, ਪਰ ਪੂਰੀ ਇਟਲੀ 'ਚ ਨਹੀਂ, ਕਿਸੇ ਏਰੀਏ ਦੇ ਵਿੱਚ। ਮੰਨ ਲਓ ਲੋਂਬਰਦੀ ਦੇ ਵਿੱਚ ਬਰੇਸ਼ੀਆ ਜਾਂ ਬੈਰਗਮੋ ਜਾਂ ਆਪਣਾ ਮਾਨਤੋਵੇ ਦੇ ਵਿੱਚ ਕੇਸ ਖਰਾਬ ਆ ਤਾਂ ਇਹਨਾਂ ਦੇ ਵਿੱਚ ਲਾ ਦਿਓ। ਕੁਛ ਦਿਨ ਪਹਿਲਾਂ, ਕੁਛ ਮਹੀਨੇ ਪਹਿਲਾਂ ਜਿਹੜੇ WHO ਦੇ ਵਰਲਡ ਹੈਲਥ ਔਰਗਨਾਈਜੇਸ਼ਨ ਜਾਂ ਫਿਰ ਇਟਲੀ ਦੇ ਵਿੱਚ ਗਈ ਤਾਂ ਔਰਗਨਾਈਜ਼ੇਸ਼ਨ ਮੁੰਡੀਆਲੇ ਦella Sanità, ਉਹਨਾਂ ਨੇ ਆਪਣੀ ਜਿਹੜੀ ਕਮੇਟੀ ਬਿਠਾਈ ਸੀ, ਜਿਹੜੇ ਚਾਈਨਾ ਦੇ ਵਿੱਚ ਉਹਨਾਂ ਨੇ ਜਾਣਾ ਸੀ, ਚਾਈਨਾ ਦੇ ਵਿੱਚ ਇਨਕੁਆਇਰੀ ਕਰਨ ਜਾਣਾ ਸੀ। ਇਨਕੁਆਇਰੀ ਕਰਨ ਤੋਂ ਬਾਅਦ ਕਾਫੀ ਗੱਲਾਂ ਬਾਹਰ ਵੀ ਆਈਆਂ, ਪਰ ਕਹਿ ਰਹੇ ਸੀ ਕਿ ਕਿਨੋ ਨੇ ਕਾਫੀ ਡਾਟਾ ਉਹਨਾਂ ਤੋਂ ਲੁਕੋ ਕੇ ਰੱਖਿਆ। ਅਤੇ ਲੁਕੋ ਕੇ ਰੱਖਣ ਤੋਂ ਬਾਅਦ ਹੁਣ ਇੱਕ ਗੱਲ ਇਹ ਵੀ ਸਾਹਮਣੇ ਆਈ ਆ ਕਿ ਇਸ ਟਾਈਮ ਮੈਗਜ਼ੀਨ ਦਾ ਨਾਮ ਨਹੀਂ ਦੱਸਿਆ, ਪਰ ਇਹ ਦੱਸਿਆ ਜਾ ਰਿਹਾ ਕਿ ਇਹ ਜੋ ਵਾਇਰਸ ਆ ਹੁਣ 2020 ਦੇ ਵਿੱਚ ਸਾਰੇ ਪਾਸੇ ਰੌਲਾ ਪਿਆ ਕਿ
2020 ਦੇ ਵਿੱਚ ਇਹ ਵਾਇਰਸ ਆਇਆ ਜੀ ਇੱਦਾਂ, ਪਰ 2019 ਦੇ ਕਾਫੀ ਪਹਿਲਾਂ ਮਹੀਨਿਆਂ ਦੇ ਵਿੱਚ ਵੀ ਚਾਈਨਾ ਦੇ ਵਿੱਚ ਇਹ ਵਾਇਰਸ ਘੁੰਮ ਰਿਹਾ ਸੀ। ਜਦ ਕਿ ਜਿਹੜੇ ਅਸਲੀ ਬੰਦਿਆਂ ਦਾ ਪਤਾ ਲੱਗਾ ਉਹਨਾਂ ਦਾ 8 ਦਸੰਬਰ ਤੋਂ ਪਤਾ ਲੱਗਾ, ਪਰ ਜਿਹੜਾ ਇਹ ਵਾਇਰਸ ਆ ਇਹ ਪਹਿਲਾਂ ਦਾ ਘੁੰਮ ਰਿਹਾ ਸੀ। ਚਾਈਨਾ ਨੇ ਕਾਫੀ ਟਾਈਮ ਤੋਂ ਇਸ ਵਾਇਰਸ ਨੂੰ ਲੁਕੋ ਕੇ ਰੱਖਿਆ ਸੀ। ਇਹ ਅਸੀਂ ਨਹੀਂ ਕਹਿ ਰਹੇ ਜੀ, ਇਹ ਕਹਿ ਰਹੇ ਨੇ ਜਿਹੜੇ WHO ਵਾਲੇ। ਅਤੇ ਵੱਧਦੇ ਹਾਂ ਜੀ ਆਪਣੀ ਲਾਸਟ ਖਬਰ ਵੱਲ, ਸ਼ੇਅਰ ਬਾਜ਼ਾਰ ਵੱਲ ਚੱਲਦੇ ਹਾਂ ਜੀ। ਸ਼ੇਅਰ ਬਾਜ਼ਾਰ ਦੇ ਵਿੱਚ ਅੱਜ ਜਿਹੜਾ ਸੋਨੇ ਦਾ ਰੇਟ ਵਾ ਬਹੁਤ ਹੀ ਉੱਤੇ ਥੱਲੇ ਗਿਆ ਜੀ। ਉੱਤੇ ਥੱਲੇ ਕਿਸ ਹਿਸਾਬ ਦੇ ਨਾਲ ਗਿਆ, ਅੱਜ ਸਵੇਰੇ 10 ਕੁ ਵਜੇ ਤਕਰੀਬਨ 1821 ਤੋਂ ਇਹਦਾ 21-22 ਤੇ ਰੇਟ ਚੱਲ ਰਿਹਾ ਸੀ ਸੋਨੇ ਦਾ। ਉਸ ਤੋਂ ਬਾਅਦ 3:30 ਵਜੇ ਜਿਸ ਵੇਲੇ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਤਕਰੀਬਨ 3:30 ਵਜੇ ਇਹਨਾਂ ਦਾ ਸਭ ਕੁਝ ਚੇਂਜ ਹੋ ਜਾਂਦਾ। ਉਹੀ ਹੋਇਆ ਜੀ, 3:30 ਵਜੇ ਤੋਂ ਬਾਅਦ 1792 ਤੋਂ ਇਹਦਾ ਜਿਹੜਾ ਰੇਟ ਆ 1812, 13, 15, 20 ਤੱਕ ਵੀ ਗਿਆ ਅਤੇ ਹੁਣ ਮੁੜ ਕੇ ਫਿਰ 1795 ਤੇ ਆ ਗਿਆ। ਜੇਕਰ ਤੁਸੀਂ ਸਟਾਕ ਮਾਰਕੀਟ ਵਿੱਚ ਹੋ ਅਤੇ ਤੁਹਾਡੇ ਕੋਲ ਪੈਸੇ ਹੈਗੇ ਆ 100-200 ਤਾਂ 1795-96 ਰੇਟ ਚੱਲ ਰਿਹਾ। ਸੋਨੇ ਦੇ 2 ਬਿਸਕੁਟ ਜਾਂ 3 ਬਿਸਕੁਟ ਜਿਹੜੀ ਇਹਦੀਆਂ ਟਰੋਏ ਹੁੰਦੀਆਂ ਇਹਨੂੰ ਖਰੀਦ ਲਓ ਅਤੇ ਜਦੋਂ ਇਹ 10-20 ਐਰੋ ਰੇਟ ਟੱਪਿਆ ਉਹਨੂੰ ਉਸੇ ਵੇਲੇ ਵੇਚ ਦਿਓ, ਤੁਹਾਨੂੰ ਇੱਦਾਂ ਹੀ ਫਾਇਦਾ ਹੋ ਜਾਣਾ। ਅੱਜ ਇੱਦਾਂ ਹੀ ਜਾ ਰਿਹਾ ਜੀ, ਤਕਰੀਬਨ 1 ਘੰਟਾ 1800 ਤੋਂ ਉੱਤੇ ਰਹਿੰਦਾ, 1.5 ਘੰਟਾ 1800 ਤੋਂ ਉੱਤੇ ਰਹਿ ਰਿਹਾ ਅਤੇ ਉਸ ਤੋਂ ਕੁਛ ਟਾਈਮ ਬਾਅਦ ਇਹ 1795 1790 ਇੱਥੇ ਤੱਕ ਆ ਹੀ ਜਾ ਰਿਹਾ। ਕਹਿਣ ਦਾ ਮਤਲਬ ਜਦੋਂ ਰੇਟ ਚੜ੍ਹ ਗਿਆ ਉਸ ਵੇਲੇ ਵੇਚ ਦਿਓ। ਇਹਦੇ ਉੱਤੇ ਇੱਕ ਜਿਹੜੀ ਵੀਡੀਓ ਆ ਅਸੀਂ ਇੱਕ ਹੋਰ ਕੱਲ੍ਹ ਨੂੰ ਬਣਾ ਕੇ ਪਾਵਾਂਗੇ ਜਿਹਨੂੰ ਤੁਸੀਂ ਦੇਖ ਸਕਦੇ ਹੋ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਸੀਂ ਅੱਜ ਦੀਆਂ ਕੁਛ ਖਾਸ ਖਬਰਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀਆਂ ਅੱਜ ਦੀਆਂ ਖਬਰਾਂ ਵੀ ਵਧੀਆ ਲੱਗੀਆਂ ਹੋਣਗੀਆਂ ਅਤੇ ਮਿਲਾਂਗੇ ਕੱਲ੍ਹ ਦੇ ਐਪੀਸੋਡ ਦੇ ਵਿੱਚ। ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ। ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਰ ਦੇ ਲਈ ਕੰਨਿਆ ਦੀ ਲੋੜ ਹੈ ਜੀ। ਜੱਟ ਫੈਮਿਲੀ ਨੂੰ ਬਿਲੋਂਗ ਕਰਦਾ, ਉਮਰ 29 ਸਾਲ, ਇਟਾਲੀਅਨ ਨੈਸ਼ਨਲਿਟੀ ਕੋਲ ਆ, ਸਟੱਡੀ ਇਟਲੀ ਦੇ ਵਿੱਚ ਕੀਤੀ, ਉਹਨਾਂ ਸ਼ਰਾਬ ਪੀਂਦਾ, ਵੈਜੀਟੇਰੀਅਨ ਮੁੰਡਾ ਜੀ। ਲੜਕੀ ਇਟਲੀ ਜਾਂ ਫਿਰ ਯੂਰਪ ਦੇ ਵਿੱਚ ਹੋਣੀ ਚਾਹੀਦੀ। ਕੰਟੈਕਟ ਨੰਬਰ ਤੁਸੀਂ ਨੋਟ ਕਰ ਲਓ ਜੀ, 334 180 27 34 334 180 2734। ਤੁਸੀਂ ਇਸ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਜੀ ਜੇਕਰ ਤੁਸੀਂ ਜੱਟ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਅਤੇ ਤੁਹਾਡੀ ਲੜਕੀ ਇਟਲੀ ਜਾਂ ਫਿਰ ਯੂਰਪ ਦੇ ਵਿੱਚ ਰਹਿ ਰਹੀ ਹੈ। ਵਰ ਦੇ ਲਈ ਕੰਨਿਆ ਦੀ ਲੋੜ ਹੈ ਜੀ। ਲੜਕੇ ਦੀ ਉਮਰ 24 ਸਾਲ ਆ, ਜੱਟ ਫੈਮਿਲੀ ਨੂੰ ਬਿਲੋਂਗ ਕਰਦਾ, ਜਰਮਨ ਦੇ ਵਿੱਚ ਰਹਿ ਰਿਹਾ ਫੈਮਿਲੀ ਸਮੇਤ, ਪੂਰਿਆਂ ਦੇ ਕੋਲ ਇਟਾਲੀਅਨ ਨੈਸ਼ਨਲਿਟੀ ਆ, ਲੜਕੀ ਇਟਲੀ ਵਿੱਚ ਜਾਂ ਫਿਰ ਜਰਮਨ ਦੇ ਵਿੱਚ ਹੋਵੇ। ਸਿਰਫ ਜੱਟ ਪਰਿਵਾਰ ਹੀ ਜਿਹੜੇ ਕੰਟੈਕਟ ਕਰਨ। ਟੈਲੀਫੋਨ ਨੰਬਰ ਨੋਟ ਕਰ ਲਓ ਜੀ, 338 957 1637 338 957 1637। APSA ਦਫ਼ਤਰ ਕਰਮੋਨੇ ਦੇ ਵਿੱਚ ਜਿਹੜਾ ਖੁੱਲ੍ਹਿਆ ਉਹਨਾਂ ਦੇ ਨਾਲ ਕੰਟੈਕਟ ਜ਼ਰੂਰ ਕਰੋ। ਕਿਸੇ ਵੀ ਤਰ੍ਹਾਂ ਦੀ ਸੇਵਾ ਕਰਵਾਉਣ ਦੇ ਲਈ, ਚਾਹੇ ਇਮੀਗ੍ਰੇਸ਼ਨ ਦਾ ਕੰਮ ਹੋਵੇ, ਸੈਤੇ ਤਰਨ ਤਾਂ ਈਜ਼ੇ ਹੋਣ ਤਾਂ 393 280 28 80 ਦੇ ਉੱਤੇ ਕਾਲ ਕਰੋ। ਅਤੇ ਜੇਕਰ ਤੁਸੀਂ ਫਲਾਈਟ ਬੁੱਕ ਕਰਵਾਉਣੀ ਹੈ, ਕੋਈ ਵੀ ਟਿਕਟ ਲੈਣੀ ਹੈ ਤਾਂ ਸਰਦਾਰੀ ਟਰੈਵਲਸ ਉਹਨਾਂ ਦੇ ਨਾਲ ਕੰਟੈਕਟ ਕਰੋ ਜੀ, 347 15 60 734। ਜਾਂ ਉਸ ਤੋਂ ਬਾਅਦ ਵੱਧਦੇ ਹਾਂ ਜੀ ਅਗਲੇ ਖਬਰ ਵੱਲ। ਕੰਨਿਆ ਦੇ ਲਈ ਵਰ ਦੀ ਲੋੜ ਆ, ਉਹ ਵੀ ਇਟਲੀ ਦੇ ਵਿੱਚ ਵੈਲ ਐਜੂਕੇਟਡ ਗਰਲ ਆ, ਹਾਈਟ 5.3 ਇੰਚ, ਇਟਾਲੀਅਨ ਪਾਸਪੋਰਟ ਕੋਲ ਆ, ਕਾਸਟ ਰਾਮਦਾਸੀਏ ਜਲਾਏ ਆ ਜੀ। ਮੁੰਡਾ ਇਟਲੀ ਵਿੱਚ ਹੋਵੇ ਅਤੇ ਕੰਮ ਕਰਦਾ ਹੋਣਾ ਚਾਹੀਦਾ, ਸਿਰਫ ਅਤੇ ਸਿਰਫ ਰਾਮਦਾਸੀਏ ਜਲਾਏ ਹੀ ਕੰਟੈਕਟ ਕਰਨ ਲਈ ਤੁਸੀਂ ਈਮੇਲ ਯੂਜ਼ ਕਰ ਸਕਦੇ ਹੋ ਜੋ ਕਿ singhpreet2709@gmail.com ਹੈ ਜੀ।